ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 9 ਅਪ੍ਰੈਲ 2018 26 ਚੇਤ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਲਈਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਅੱਜ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅਸੀਂ ਚਾਹਾਂਗੇ ਕਿ ਤੁਸੀਂ ਜੋ ਤੁਹਾਡਾ ਵੀਕਐਂਡ ਹੈ ਉਸ ਬਾਰੇ ਅਸੀਂ ਜਾਣਨਾ ਚਾਹਾਂਗੇ ਤੇ ਉਸ ਤੋਂ ਬਾਅਦ ਅੱਜ ਦਾ ਜੋ ਪਹਿਲਾ ਮੇਨ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ ਜਾਣਾਂਗੇ। ਜੀ ਡਾਕਟਰ ਸਾਹਿਬ। ਦੇਖੋ, ਸਾਡੀ ਨਿੱਜੀ ਤਾਂ ਕੋਈ ਬਹੁਤੀ ਨਹੀਂ ਸੀ ਰੁਝੇਵੇਂ ਵਾਲੀ ਗੱਲ ਵੀਕਐਂਡ ਦੀ, ਪਰ ਜਿਹੜੀ ਖਾਸ ਇਵੈਂਟ ਜਿਸ ਦਾ ਜ਼ਿਕਰ ਇੰਟਰਨੈਸ਼ਨਲ ਮੀਡੀਆ ਨੇ ਵੀ ਲਿਆ ਔਰ ਸਾਡੀ ਟੀਵੀ 84 ਦੀ ਟੀਮ ਵੀ ਮੌਕੇ ਤੇ ਮੌਜੂਦ ਸੀ ਔਰ ਬਹੁਤ ਸਾਰੇ ਐਕਟਿਵਿਸਟ ਅੱਡ-ਅੱਡ ਆਰਗੇਨਾਈਜੇਸ਼ਨਸ ਦੇ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਹੈ ਕਿ ਉਹਨਾਂ ਦੇ ਉੱਤੇ ਕਿਹੜੀ ਆਰਗੇਨਾਈਜੇਸ਼ਨ ਦਾ ਲੇਬਲ ਲੱਗਾ ਹੈ ਜੀ, ਔਰ ਇਸ ਨੂੰ ਉਹਨਾਂ ਨੇ ਸਾਂਝੇ ਤੌਰ ਤੇ 6 ਆਫ ਨਿਊਯਾਰਕ ਦੇ ਥੱਲੇ ਜਿਹੜਾ ਆਰਗੇਨਾਈਜ਼ ਕੀਤਾ ਔਰ ਕਈ ਸਾਲਾਂ ਤੋਂ ਚੱਲ ਰਿਹਾ। ਪਰ ਇਸ ਵਾਰ ਦੀ ਖਾਸੀਅਤ ਇਹ ਸੀ ਕਿ ਜਿਹੜੇ ਆਰਗੇਨਾਈਜ਼ਰ ਸਨ ਉਹਨਾਂ ਨੇ ਵੀ ਇਹ ਟਾਰਗੇਟ ਮਿੱਥਿਆ ਹੋਇਆ ਸੀ ਕਿ ਟਾਈਮ ਸਕੁਏਅਰ ਦੇ ਵਿੱਚ 3000 ਤੋਂ ਜ਼ਿਆਦਾ ਜਿਹੜੀਆਂ ਨੇ ਦਸਤਾਰਾਂ ਉਹ ਸਜਾਉਣੀਆਂ ਨੇ ਗੈਰ ਸਿੱਖਾਂ ਨੂੰ। ਹਾਲਾਂਕਿ ਇਸ ਦੇ ਉੱਤੇ ਕਈ ਵਾਰ ਦੋ ਵਿਊ ਹਮੇਸ਼ਾ ਨੇ ਪੈਰਲਲ ਔਰ ਦੋਨਾਂ ਦੇ ਵਿੱਚ ਇੱਕ ਆਪਣਾ ਵੇਟ ਹੁੰਦਾ। ਇੱਕ ਜਿਹੜੇ ਨੇ ਉਹ ਇਹ ਸਮਝਦੇ ਨੇ ਕਿ ਵੀ ਦਸਤਾਰ ਸਿਰਫ ਇੱਕ ਫੈਸ਼ਨ ਸਟੇਟਮੈਂਟ ਨਹੀਂ ਹੈ, ਇਹ ਇੱਕ ਧਾਰਮਿਕ ਕਮਿਟਮੈਂਟ ਹੈ। ਇਹ ਸਿਰਫ ਕਰਾਊਨ ਵੀ ਨਹੀਂ ਹੈ ਜਿਵੇਂ ਕਈ ਕਹਿਣਗੇ ਜੀ ਤਾਜ ਹੈ, ਕਿਉਂਕਿ ਤਾਜ ਲੱਥ ਸਕਦਾ ਹੈ, ਕਿਉਂਕਿ ਬਾਦਸ਼ਾਹ ਤਾਜ ਵਾਲੇ ਆਉਂਦੇ ਨੇ ਚਲੇ ਜਾਂਦੇ ਨੇ, ਲੇਕਿਨ ਇਹ ਸਿਰ ਦੇ ਨਾਲ ਹੀ ਲੱਥ ਸਕਦੀ ਹੈ। ਸੋ ਜਿਹੜੇ ਇੱਕ ਵਿਚਾਰਧਾਰਾ ਉਹ ਸਮਝਦੇ ਨੇ ਕਿ ਵੀ ਇਸ ਕਿਸਮ ਦੀ ਗੱਲ ਭਾਵੇਂ ਕਲਚਰਲੀ ਜਾਂ ਅਦਰਵਾਈਜ਼ ਆਪਣੀ ਪਛਾਣ ਦੇ ਲਈ ਬਹੁਤਿਆਂ ਨੂੰ ਜ਼ਰੂਰੀ ਲੱਗਦੀ ਹੋਏ, ਪਰ ਇਹ ਧਾਰਮਿਕ ਤੌਰ ਤੇ ਔਰ ਇਹ ਇਸ ਦੇ ਵਿੱਚ ਇੱਕ ਵੇਟ ਹੈ, ਮੈਂ ਇਸ ਨੂੰ ਨਕਾਰਦਾ ਨਹੀਂ ਹੈ। ਪਰ ਦੂਸਰੇ ਪਾਸੇ ਮੈਂ ਸਮਝਦਾ ਹਾਂ ਵੀ ਖਾਸ ਤੌਰ ਤੇ ਵੈਸੇ ਤਾਂ ਇਸ ਮੁਲਕ 'ਚ ਸਿੱਖਾਂ ਨੂੰ ਆਇਆ 100 ਸਾਲ ਤੋਂ ਜ਼ਿਆਦਾ ਹੋ ਗਿਆ। ਜੇ ਘੱਟੋ ਘੱਟ ਜਿੰਨੇ ਕੁ ਸਿੱਖ ਮੂਲ ਦੇ ਨੇ ਜਾਂ ਜਿਨ੍ਹਾਂ ਦੇ ਮਾਪਿਓ ਨੇ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਦਾ ਨਾਂ ਸਿੰਘ ਤੇ ਕੌਰ ਰੱਖਿਆ, ਜੇ ਉਹੀ ਸਿੱਖੀ ਸਰੂਪ 'ਚ ਰਹਿੰਦੇ ਜਾਂ ਰਹਿਣ ਤੇ ਮੇਰਾ ਖਿਆਲ ਹੈ ਵੀ ਸਾਨੂੰ ਫਿਰ ਟਾਈਮ ਸਕੁਏਅਰ ਵਰਗੀਆਂ ਜਿਹੜੀਆਂ ਨੇ ਐਗਜ਼ੀਬਿਸ਼ਨਸ ਉਹਦੀ ਲੋੜ ਵੀ ਨਹੀਂ ਰਹੇਗੀ, ਕਿਉਂਕਿ ਆਪਣੇ ਆਪ ਹੀ ਪਛਾਣ ਹੁੰਦੀ। ਪਰ ਮੰਦ ਭਾਗੀ ਗੱਲ ਇਹ ਰਹੀ ਕਿ 1960ਵਿਆਂ 'ਚ ਵੀ ਜਿਹੜੇ ਸਿੱਖ ਪਹਿਲਾਂ ਆਏ, ਭਾਵੇਂ ਉਹਨਾਂ 'ਚੋਂ ਹਾਈਲੀ ਪ੍ਰੋਫੈਸ਼ਨਲ ਸਨ, ਇੰਜੀਨੀਅਰਸ, ਡਾਕਟਰਸ, ਉਹਨਾਂ 'ਚੋਂ ਇੱਕ ਤਬਕਾ ਜਿਹੜਾ ਉਹ ਸਿੱਖੀ ਸਰੂਪ ਵਾਲਾ ਰਿਹਾ, ਦੂਸਰਾ ਹੌਲੀ ਹੌਲੀ ਜਿਹੜਾ ਉਹ ਪਤਤ ਪੁਣੇ ਵੱਲ ਚਲਾ ਗਿਆ। ਔਰ 80ਵਿਆਂ ਤੋਂ ਬਾਅਦ ਜਿਹੜਾ ਇੱਕ ਨਵਾਂ, ਮੈਂ ਇਸ ਨੂੰ ਇਨਕਲਾਬ ਹੀ ਕਹਿੰਦਾ, ਡਾਇਸਪੋਰਾ ਸਿੱਖਾਂ ਦੇ ਵਿੱਚ, ਕਿਉਂਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ, ਨਵੰਬਰ 84 ਦੀ ਨਸਲਕੁਸ਼ੀ, ਔਰ ਉਸ ਦੌਰ ਤੋਂ ਬਾਅਦ ਘੱਟੋ ਘੱਟ ਅਮਰੀਕਾ 'ਚ ਜ਼ਿਆਦਾ ਨਹੀਂ ਤਾਂ ਪਿਛਲੇ 32-33 ਸਾਲ 'ਚ 2 ਲੱਖ ਤੋਂ ਜ਼ਿਆਦਾ ਜਿਹੜੇ ਸਿੱਖ ਨੇ ਉਹ ਰਾਜਸੀ ਸ਼ਰਨ, ਪੋਲੀਟੀਕਲ ਅਸਾਈਲਮ ਦੇ ਕਲੌਜ਼ ਥੱਲੇ ਪੱਕੇ ਹੋਏ ਨੇ। ਇਹ ਵੱਖਰੀ ਗੱਲ ਹੈ ਕਿ ਉਹਨਾਂ 'ਚੋਂ ਵੀ ਇੱਕ ਵੱਡੀ ਸ਼੍ਰੇਣੀ ਉਹਨਾਂ ਕਿਰਤਕਣਾਂ ਦੀ ਹੈ ਜਿਹੜੇ ਕਿ ਬੇਸ਼ੱਕ ਇੰਟਰਵਿਊ ਦੇਣ ਤੱਕ ਜਦੋਂ ਉਹਨਾਂ ਦੀ ਅਸਾਈਲਮ ਆਫਿਸਰ ਦੇ ਸਾਹਮਣੇ ਜਾਂ ਜੱਜ ਦੇ ਸਾਹਮਣੇ ਮਾਸਟਰ ਹੀਅਰਿੰਗ ਹੁੰਦੀ ਹੈ, ਉਹ ਦਸਤਾਰ ਵੀ ਬੰਨ੍ਹਦੇ ਨੇ, ਦਾੜੀ ਵੀ ਰੱਖੀ ਹੁੰਦੀ ਹੈ। ਤੇ ਕਈ ਇਸ ਕਿਸਮ ਦੇ ਵੀ ਸਨ ਕਿ ਜਦੋਂ ਹੀ ਅਪਰੂਵ ਹੋਇਆ ਬਾਹਰ ਨਿਕਲੇ ਤੇ ਪਹਿਲਾ ਕੰਮ ਜਿਹੜਾ ਉਹ ਪਤਤ ਪੁਣਾ ਔਰ ਫਿਰ ਇੱਕ ਜਾਲੀ ਪਾਸਪੋਰਟ ਰੱਖਿਆ ਹੁੰਦਾ ਸੀ। ਹੁਣ ਤਾਂ ਖੈਰ ਇਹ ਗੱਲ ਘਟ ਗਈ ਹੈ ਕਿਉਂਕਿ ਇਮੀਗ੍ਰੇਸ਼ਨ ਨੇ ਆਪਣਾ ਸ਼ਿਕੰਜਾ ਜ਼ਿਆਦਾ ਕੱਸ ਦਿੱਤਾ। ਸੋ ਉਹ ਵਾਇਆ ਨੇਪਾਲ ਜਿਹੜੇ ਨੇ ਉਹ ਪੰਜਾਬ ਗਏ ਹੁੰਦੇ ਸੀ। ਸੋ ਇਹ ਇੱਕ, ਔਰ ਮੈਨੂੰ ਹਮੇਸ਼ਾ ਹੀ, ਕਿਉਂਕਿ 90ਵਿਆਂ ਤੋਂ ਹੀ ਮੇਰੀ ਇਨਵੋਲਵਮੈਂਟ ਵੀ ਰਹੀ ਹੈ ਇਸ ਸਾਰੇ 'ਚ, ਦਰਜਨਾਂ ਹੀ ਨਹੀਂ ਇਸ ਤੋਂ ਵੀ ਸ਼ਾਇਦ ਸੈਂਕੜਿਆਂ ਹੀ ਸ਼ੁਰੂ ਪਹਿਲੇ ਸਾਲਾਂ 'ਚ ਅਸੀਂ ਸਪੋਰਟ ਲੈਟਰ ਵੀ ਦਿੱਤੇ ਜਿਨ੍ਹਾਂ ਦੇ ਨਾਂ ਥੱਲੇ ਬਹੁਤਿਆਂ ਦੀਆਂ ਅਸਾਈਲਮਸ ਅਪਰੂਵ ਵੀ ਹੋਈਆਂ। ਪਰ ਫਿਰ ਮੈਂ ਇਸ ਪ੍ਰੈਕਟਿਸ ਨੂੰ ਵੀ ਜਿਹੜਾ ਉਹ ਜਦੋਂ ਬਹੁਤ ਬੜਾ ਨੇੜਿਓਂ ਦੇਖਿਆ ਤੇ ਮੈਨੂੰ ਇਹ ਲੱਗਿਆ ਕਿ ਵੀ ਨਹੀਂ,
ਅਸੀਂ ਤਾਂ ਇਸ ਭਾਵਨਾ ਨਾਲ ਕਿ ਹਾਲਾਂਕਿ ਸਾਨੂੰ ਬਹੁਤਿਆਂ ਦਾ ਪਤਾ ਵੀ ਹੁੰਦਾ ਹੈ ਵੀ ਉਹਨਾਂ ਦੀ ਕੋਈ ਡਾਇਰੈਕਟ ਇਨਵੋਲਵਮੈਂਟ ਜਾਂ ਸਫਰਿੰਗ ਨਹੀਂ ਹੈ ਜੀ, ਪਰ ਹੁੰਦਾ ਸੀ ਵੀ ਇਹ ਸਿੱਖਾਂ ਦੇ ਬੱਚੇ ਨੇ, ਮਾਪਿਓ ਨੇ ਜ਼ਮੀਨ ਗਹਿਣੇ ਪਾ ਕੇ ਤੰਗਦਸਤੀ 'ਚ, ਪਿੱਛੇ ਭੈਣਾਂ ਦੇ ਵਿਆਹ ਹੋਣ ਵਾਲੇ ਨੇ, ਮਾਪਿਓ ਬਿਰਧ ਨੇ, ਕਮਾਈ ਲਈ ਆਏ ਨੇ, ਚਲੋ ਕੋਈ ਸਾਧਨ ਬਣੇ, ਪਰ ਬਹੁਤ ਸਾਰੇ ਉਹਨਾਂ ਚੋਂ ਅਕਿਰਤ ਕਾਂਡ ਨੇ। ਸੋ ਫਿਰ ਵੀ 9/11 ਤੋਂ ਬਾਅਦ ਇੱਕ ਚੈਲੰਜ ਜਿਹੜਾ ਇੱਥੇ ਪ੍ਰੈਕਟਿਸਿੰਗ ਸਿੱਖਾਂ ਦੇ ਸਾਹਮਣੇ ਖਾਸ ਤੌਰ ਤੇ ਆਇਆ, ਹੇਟ ਕ੍ਰਾਈਮਸ। ਔਰ ਇਹ ਬੇਸ਼ੱਕ 9/11 ਨੂੰ ਵੀ ਹੁਣ ਆਲਮੋਸਟ 17 ਸਾਲ ਹੋ ਗਏ ਨੇ, ਪਰ ਇਹ ਘਟਿਆ ਨਹੀਂ ਹੈ। ਜਿਉਂ-ਜਿਉਂ ਖਾਸ ਤੌਰ ਤੇ ਪਿਛਲੇ 2-3 ਸਾਲ 'ਚ ਜਦੋਂ ਤੋਂ ਪੋਲਰਾਈਜੇਸ਼ਨ ਆਫ ਦਾ ਸੋਸਾਇਟੀ ਹੋਰ ਵੀ ਵੱਧਦੀ ਜਾ ਰਹੀ ਹੈ, ਟਰੰਪ ਈਰਾ ਆਇਆ ਹੈ, ਇਹ ਨਫ਼ਰਤ ਹੋਰ ਵੀ ਵੱਧ ਗਈ ਹੈ ਜੀ। ਸੋ ਇਹ ਇੱਕ ਬੜਾ ਜ਼ਰੂਰੀ ਪਾਰਟ ਹੈ। ਹੋਰ ਵੀ ਜਥੇਬੰਦੀਆਂ ਆਪਣੇ ਤੌਰ ਤੇ ਐਫਰਟ ਕਰਦੀਆਂ, ਔਰ ਉਹਦੇ 'ਚ ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ, ਉਹਨਾਂ ਨੇ ਟ੍ਰੇਨਿੰਗ ਪ੍ਰੋਗਰਾਮ ਤਿਆਰ ਕੀਤੇ ਸਕੂਲਾਂ 'ਚ ਜਾ ਕੇ। ਔਰ ਬਹੁਤ ਚੰਗੀ ਗੱਲ ਹੈ ਕਿ ਜਿਹੜੇ ਪੇਰੈਂਟਸ ਵੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਹ ਆਪਣੇ ਬੱਚੇ ਜਿਹੜੇ ਸਿੱਖੀ ਸਰੂਪ 'ਚ ਨੇ, ਜਦੋਂ ਉਹਨਾਂ ਨੂੰ ਲੈ ਕੇ ਜਾਂਦੇ ਨੇ ਟੀਚਰਸ ਨੂੰ, ਉਹ ਦੱਸਦੇ ਨੇ ਕਿ ਔਰ ਕੁਝ ਥਾਵਾਂ ਦੇ ਉੱਤੇ ਜਿਹੜੀ ਹੈ ਸਕੂਲਾਂ ਦੇ ਵਿੱਚ ਪ੍ਰੋਪਰ ਪ੍ਰੈਜੈਂਟੇਸ਼ਨ ਵੀ ਹੋਈ। ਕਿਉਂਕਿ ਇੱਕ ਹੋਰ ਅਮਰੀਕਾ ਦੀ ਸਮੱਸਿਆ ਹੈ ਜਿਹੜੀ ਕੈਨੇਡਾ, ਇੰਗਲੈਂਡ 'ਚ ਨਹੀਂ ਹੈ। ਇੱਥੇ ਤੁਸੀਂ ਧਰਮ ਦੇ ਨਾਂ ਤੇ ਧਰਮ ਦੀ ਪ੍ਰੀਚਿੰਗ ਨਹੀਂ ਕਰ ਸਕਦੇ। ਸੋ ਜੇ ਤੁਸੀਂ ਜਾ ਕੇ ਉੱਥੇ ਆਪਣੇ ਧਰਮ ਦੀ ਗੱਲ ਕਰਦੇ ਹੋ ਤੇ ਇਸ ਨੂੰ ਵੀ ਉਹ ਉਹਨਾਂ ਦੇ ਸ਼ਾਇਦ ਉਹ ਖਾਨੇ 'ਚ ਨਹੀਂ। ਸੋ ਕਈ ਚੀਜ਼ਾਂ ਫਿਰ ਉਹ ਅੰਡਰ ਕਲਚਰਲ ਪ੍ਰੈਕਟਿਸਿਸ, ਕਿਉਂਕਿ ਕਲਚਰ ਦੇ ਥੱਲੇ ਤੁਸੀਂ ਜਿਹੜਾ ਭਾਵੇਂ ਧਰਮ ਦੀ ਵੀ ਗੱਲ ਕਰਦੇ ਹੋ ਪਰ ਉਹ ਕਲਚਰ ਦੇ ਥੱਲੇ ਆਉਂਦੀ ਹੈ। ਸੋ ਇਸ ਸਾਰੇ ਦੇ ਥੱਲੇ ਇੱਕ ਪੂਰਾ ਮੂਵ ਚੱਲਿਆ, ਇੱਕ ਪੂਰਾ ਟੀ-ਸ਼ਰਟਸ ਦਾ ਕੈਂਪੇਨ, ਪ੍ਰਾਊਡ ਟੂ ਬੀ ਏ ਸਿੱਖ, ਬਹੁਤ ਸਾਰੀਆਂ ਵਰਕਸ਼ਾਪਸ ਔਰ ਉਹ ਸਾਰੇ 'ਚੋਂ। ਸੋ ਇਹ ਸਾਰਾ ਹੀ ਦੌਰ ਔਰ ਉਹਦੇ ਥੱਲੇ ਜਿਹੜੀਆਂ ਸ਼ੁਰੂ ਦੇ ਵਿੱਚ 9/11 ਤੋਂ ਬਾਅਦ ਦਿੱਕਤਾਂ ਸਨ ਏਅਰਪੋਰਟਸ ਦੇ ਉੱਤੇ, ਕਈ ਥਾਂ ਤੇ ਉਹਨਾਂ ਨੂੰ ਹੈਟ ਕਹਿ ਕੇ ਉਹਨਾਂ ਨੇ ਸ਼ੁਰੂ 'ਚ ਫੋਰਸ ਕੀਤਾ ਕਿ ਪੱਗ ਲਾ ਕੇ ਉਹ ਟੋਕਰੀ 'ਚ ਪਾ ਕੇ ਉਹਨਾਂ 'ਚੋਂ ਮੈਟਲ ਡਿਟੈਕਟਰ 'ਚੋਂ ਲਗਾਈ ਜਾਂਦੀ ਸੀ। ਲੇਕਿਨ ਮੈਂ ਇਹ ਕ੍ਰੈਡਿਟ ਦਿਆਂਗਾ ਇੱਥੋਂ ਦੀਆਂ ਯੰਗਸਟਰਸ ਦੀਆਂ ਇਹਨਾਂ ਔਰ ਦੂਸਰੇ ਜਿਨ੍ਹਾਂ ਨੇ ਇਸ ਦੇ ਲਈ ਐਫਰਟ ਕੀਤਾ ਕਿ ਉਹਨਾਂ ਦੀ ਬਦੌਲਤ ਜਿਹੜੇ ਨੇ ਫੈਡਰਲ ਲੈਵਲ ਦੇ ਉੱਤੇ ਐਵੀਏਸ਼ਨ, ਉੱਡਣ ਦੇ ਮਾਮਲਿਆਂ 'ਚ ਵੀ ਕੀ ਹੈ, ਜਹਾਜ਼ਾਂ ਦੇ ਵਿੱਚ ਕੀ ਹੈ, ਜਿਹਦੇ 'ਚੋਂ ਹੁਣ ਅਸੀਂ ਜਦੋਂ ਟਰੈਵਲ ਕਰਦੇ ਤੇ ਫਿਰ ਜਿਹੜਾ ਉਹਨਾਂ ਦਾ ਸਟੈਂਡਰਡ ਪ੍ਰੋਸੀਜਰ ਹੈ। ਕੁਝ ਮਾਮਲਿਆਂ 'ਚ ਤਾਂ ਹੁਣ ਕਿਉਂਕਿ ਮੈਂ ਬੜਾ ਫਰੀਕੁਐਂਟਲੀ ਟਰੈਵਲ ਕਰਦਾ, ਸੋ ਬਹੁਤ ਸਾਰੇ ਏਅਰਪੋਰਟਸ ਤੇ ਤਾਂ ਹੁਣ ਤੁਸੀਂ ਜੇ ਇੱਕ ਵਾਰੀ ਉਹ ਕ੍ਰਾਸ ਕਰ ਗਏ ਹੋ ਉਸ ਸਾਰਿਆਂ ਨੂੰ ਤੇ ਉਹ ਨਹੀਂ ਹੈ, ਪਰ ਕੁਝ ਥਾਂ ਤੇ ਜਿੱਥੇ ਉਹਨਾਂ ਦੀ ਆਪਣਾ ਕ੍ਰਾਈਟੇਰੀਆ ਹੋਏਗਾ ਉੱਥੇ ਜੇ ਉਹ ਤੁਹਾਨੂੰ ਰੋਕਦੇ ਵੀ ਨੇ ਤਾਂ ਫਿਰ ਇੱਕ ਉਹਨਾਂ ਦਾ ਤਰੀਕਾ ਹੁੰਦਾ ਹੈ। ਉਹ ਕਹਿਣਗੇ ਕਿ ਜੇ ਅਸੀਂ ਪੈਟ ਡਾਊਨ ਕਰਨਾ ਹੈ, ਜੇ ਬਾਡੀ ਨੂੰ ਕਰਨਾ ਹੈ, ਜਦੋਂ ਤੁਸੀਂ ਕਹਿੰਦੇ ਕਿ ਨਹੀਂ ਵੀ ਪੱਗ ਨੂੰ ਆਈਲ ਡੂ ਮਾਈ ਸੈਲਫ, ਸਭ ਨੂੰ ਪਤਾ ਹੈ ਕਿ ਵੀ ਤੁਸੀਂ ਪੱਗ ਨੂੰ ਲਾ ਕੇ ਹੱਥਾਂ ਰਾਹੀਂ ਜੋ ਵੀ ਉਹਨਾਂ ਦਾ ਕੈਮੀਕਲ ਹੁੰਦਾ ਹੈ ਉਹਦੇ ਨਾਲ ਉਹ ਟੈਸਟ ਕਰਦੇ ਨੇ। ਸੋ ਕੁੱਲ ਮਿਲਾ ਕੇ ਇਸ ਸਾਰੇ ਪੀਰੀਅਡ 'ਚ ਭਾਵੇਂ ਇਹ ਸਾਡੇ ਲਈ ਪਿਛਲੇ 17 ਸਾਲ 9/11 ਤੋਂ ਬਾਅਦ ਪੇਨਫੁਲ ਨੇ, ਹੀਟ ਕ੍ਰਾਈਮਸ ਔਰ ਕਈ ਵਾਰੀ ਵਰਬਲ ਐਬਿਊਜ਼ ਦਾ ਸ਼ਿਕਾਰ ਸਾਡੇ ਬਹੁਤ ਸਾਰੇ ਵੀਰ ਭੈਣਾਂ ਹੁੰਦੇ ਨੇ, ਲੇਕਿਨ ਇਹ ਬਲੈਸਿੰਗ ਇਨ ਡਿਸਗਾਈਜ਼ ਵੀ ਹੋਇਆ। ਔਰ ਜਿੰਨੀ ਸਿੱਖੀ ਦੀ ਗੱਲ ਇਹਨਾਂ 16-17 ਸਾਲਾਂ 'ਚ ਹੋਈ, 1900 ਸਾਲ 'ਚ ਨਹੀਂ ਸੀ ਹੋਈ, ਨਹੀਂ ਤਾਂ ਸਿੱਖ ਤਾਂ 19ਵੀਂ ਸਦੀ ਦੇ ਅਖੀਰ ਦੇ ਆਏ ਹੋਏ ਨੇ। ਸੋ ਮੈਂ ਸਮਝਦਾ ਹਾਂ ਵੀ ਨਿਊਯਾਰਕ ਦੇ ਇਸ ਟਾਈਮ ਸਕੁਅਰ ਦੇ ਉੱਤੇ ਦਸਤਾਰ ਸਜਾਉਣ ਦੀ ਜਿਹੜੀ ਹੈ ਗੈਰ ਸਿੱਖਾਂ ਨੂੰ ਜਿਹੜੀ ਗੱਲ ਸ਼ੁਰੂਆਤ ਜਿਸ ਦੀ ਹੋਈ ਕੁਛ ਵਰੇ ਪਹਿਲਾਂ, ਮੈਨੂੰ ਐਗਜ਼ੈਕਟ ਨਹੀਂ ਪਤਾ ਕਦੋਂ ਸ਼ੁਰੂ ਹੋਇਆ, ਪਰ ਮੈਨੂੰ ਇਹ ਪਤਾ ਹੈ ਕਿ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਯੰਗਸਟਰਸ ਦੀਆਂ ਆਰਗੇਨਾਈਜੇਸ਼ਨਸ ਵੀ ਇਨਵੋਲਵ ਨੇ। ਔਰ ਇਹ ਆਟੋਮੈਟਿਕਲੀ ਜਿਵੇਂ ਇੱਕ ਜਿਸ ਨੂੰ ਤੁਸੀਂ ਆਪ ਮੁਹਾਰਾ ਕੈਂਪੇਨ ਕਹਿੰਦੇ ਹੋ, ਇਵੇਂ ਇਹਦੀ ਸ਼ੁਰੂਆਤ ਹੋਈ। ਇਸ ਦੇ ਵਿੱਚ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਨਵੋਲਵ ਨਹੀਂ ਨੇ, ਔਰ ਮੈਂ ਸਮਝਦਾ ਵੀ ਉਹਦੇ ਵਿੱਚ ਸਰਟਨਲੀ ਕੁਝ ਗੁਰਦੁਆਰਾ ਕਮੇਟੀਆਂ ਜਾਂ ਇੰਡੀਵਿਜੂਅਲਸ, ਜੇ ਤੁਸੀਂ 3000 ਦਸਤਾਰਾਂ ਦੀ ਗੱਲ ਕਰਦੇ ਹੋ ਤੇ ਈਵਨ ਉਹਨਾਂ ਦੀ ਆਪਣੀ ਕਾਸਟ ਵੀ ਜਿਹੜੀ ਹੈ ਉਹ ਕਾਫੀ ਬਣਦੀ ਹੈ। ਪਰ ਇਸ ਤੋਂ ਇਲਾਵਾ ਟਾਈਮ ਸਕੁਅਰ ਤੇ ਕੋਈ ਇਵੈਂਟ ਕਰਨਾ ਜਿਹਦੇ ਲਈ ਸਾਰੇ ਮੈਨੂੰ ਨਹੀਂ ਪਤਾ, ਕਨਫਰਮ ਤਾਂ ਨਹੀਂ ਹੈ, ਪਰ ਮੈਨੂੰ ਇੱਕ ਸੱਜਣ ਇੱਥੇ ਦੱਸ ਰਹੇ ਸੀ ਕਿ $60-70 ਹਜ਼ਾਰ ਦਾ ਇਹ ਬਜਟ ਆਪਣੇ ਆਪ 'ਚ ਹੀ ਹੁੰਦਾ ਹੈ। ਸੋ ਉਸ ਨੂੰ ਕੋਈ ਮੀਡੀਆ ਆਰਗੇਨਾਈਜੇਸ਼ਨ ਸਪਾਂਸਰ ਕਰਦੀਆਂ ਜਾਂ ਕੋਈ ਇੰਡੀਵਿਜੂਅਲਸ ਕਰਦੇ ਹੋਣਗੇ। ਪਰ ਇਹਦਾ ਹਾਲਾਂਕਿ ਇੱਕ ਪਹਿਲੂ ਇਹ ਵੀ ਹੈ ਵੀ ਇਹਦੇ 'ਚ ਕੋਈ ਜਿਹੜਾ ਤੁਸੀਂ ਧਰਮ ਦੇ ਨੁਕਤਾ ਨਿਗਾਹ ਤੋਂ ਜਾਂ ਕਿਉਂਕਿ ਇਸ ਨੂੰ ਅਮਰੀਕਨਸ ਦੇ ਲਈ ਜੇ ਤੁਸੀਂ ਜਿੱਥੇ ਚਰਚ ਐਂਡ ਸਟੇਟ ਸੈਪਰੇਟ ਹੈ ਔਰ ਜਿਸ ਕਿਸਮ ਦਾ ਇਹਨਾਂ ਦਾ ਮਾਈਂਡਸੈਟ ਹੈ, ਇਹਨਾਂ ਨੂੰ ਤੁਸੀਂ ਕਲਚਰ ਰਾਹੀਂ ਔਰ ਜਿਸ ਕਲਚਰ ਦੇ ਵਿੱਚ ਭਾਵੇਂ ਸਾਡਾ ਨਿੱਜੀ ਵਿਊ ਕੁਛ ਵੀ ਹੋਣ, ਭੰਗੜਾ, ਗਿੱਧਾ, ਸਿੰਗਿੰਗ, ਇਹ ਉਹ, ਔਰ ਫਿਰ
ਜਿਹੜਾ ਉਹਦੇ 'ਚ ਕੋਈ ਫਿਲਟਰ ਨਹੀਂ ਹੁੰਦਾ ਕਿ ਕੌਣ ਪ੍ਰੋ ਇੰਡੀਆ ਹੈ ਤੇ ਕੌਣ ਨਹੀਂ ਹੈ। ਔਰ ਮੈਂ ਸਮਝਦਾ ਵੀ ਕਈ ਵਾਰੀ ਤੁਸੀਂ ਯੂ ਲੁੱਕ ਦਾ ਅਦਰ ਵੇ, ਕਿਉਂਕਿ ਇਹ ਹੁੰਦਾ ਹੈ ਕਿ ਵੀ ਕੰਮ ਚੰਗਾ ਹੋ ਰਿਹਾ। ਇਨ ਦਾ ਐਂਡ ਆਫ ਦਾ ਡੇ ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਦੀ ਇੰਟੈਂਟ ਇਹ ਹੈ ਕਿ ਇੱਥੇ ਇਹਦੇ ਚੋਂ ਪੱਗ ਚੋਂ ਸਾਡੀ ਪਛਾਣ ਔਰ ਇਹ ਪਤਾ ਲੱਗੇ ਅਮਰੀਕਨਾਂ ਨੂੰ ਕਿ ਵੀ ਇਹ ਸਾਡਾ ਜਿਹੜਾ ਪੱਗ ਦਾ ਕੀ ਪ੍ਰਾਈਡ ਹੈ। ਔਰ ਉਹਦੇ 'ਚ ਜਿਵੇਂ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ, ਸਾਡੀ ਟੀਮ ਨੇ ਉਹਨੂੰ ਕਵਰ ਕੀਤਾ। ਜੇ ਆਪਣੇ ਮਿਲਟਰੀ ਡਰੈਸ ਦੇ ਵਿੱਚ ਸਿੱਖ ਨੌਜਵਾਨ ਨੇ ਔਰ ਉਹਨਾਂ ਦੇ ਜਿਹੜੇ ਆਏ ਗਏ ਨੇ ਉਹਨਾਂ ਦੀਆਂ ਦਸਤਾਰਾਂ ਵੀ ਜਿੰਨੇ ਕੁ ਲੋਕ ਜਾ ਰਹੇ ਨੇ ਬਿਠਾ ਕੇ ਸਜਾ ਰਹੇ ਨੇ, ਉਹਨਾਂ ਨੂੰ ਉਹ ਵਰਬਲ ਵੀ ਦੱਸ ਰਹੇ ਨੇ। ਹਾਲਾਂਕਿ ਜਿੰਨੀ ਕਿ ਇਨਪੁਟ ਸਾਡੇ ਕੋਲ ਹੋ ਰਿਹਾ ਉਹਦੇ 'ਚ ਇਹ ਵੀ ਸੀ ਕਿ ਵੀ ਇਹ ਹੋਰ ਜ਼ਿਆਦਾ ਬਿਹਤਰ ਆਰਗੇਨਾਈਜ਼ ਹੋ ਸਕਦਾ। ਔਰ ਮੈਂ ਸਮਝਦਾ ਵੀ ਹਰ ਪ੍ਰੋਗਰਾਮ ਤੋਂ ਬਾਅਦ ਬਹੁਤ ਵਾਰੀ ਅਸੀਂ ਵੀ ਜਦੋਂ ਆਪਣੇ ਪ੍ਰੋਗਰਾਮ ਕਰਦੇ ਹਾਂ ਸਾਨੂੰ ਲੱਗਦਾ ਵੀ ਉਹ ਹੋਰ ਬਿਹਤਰ ਹੋ ਸਕਦਾ ਹੈ, ਲੇਕਿਨ ਕਿਉਂਕਿ ਬਹੁਤ ਵਾਰ ਜਿਹੜੇ ਇਨਵੋਲਵ ਹੁੰਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਇੰਨੀ ਕੁ ਜ਼ਿੰਮੇਵਾਰੀ ਹੁੰਦੀ ਹੈ, ਸਭ ਕੁਝ ਉਹੀ ਰਨ ਕਰ ਰਹੇ ਹੁੰਦੇ ਨੇ। ਸੋ ਉਹਦੇ 'ਚ ਜੇ ਕੁਝ ਚੀਜ਼ਾਂ ਡਿਸਆਰਗੇਨਾਈਜ਼ਡ ਵੀ ਨੇ ਤੇ ਸਾਨੂੰ ਸਪਿਰਿਟ ਨੂੰ ਐਡਮਾਇਰ ਕਰਨਾ ਚਾਹੀਦਾ। ਔਰ ਜੇ ਸਿਧਾਂਤਕ ਤੌਰ ਤੇ ਕੁਝ ਚੀਜ਼ਾਂ ਨਾਲ ਸਾਡਾ ਇਖਤਲਾਫਾਤ ਵੀ ਹੋਏ, ਇਹਦੇ ਬਾਵਜੂਦ ਮੈਂ ਸਮਝਦਾ ਵੀ ਜਿਹੜੀ ਇੰਟੈਂਟ ਹੈ, ਇੰਟੈਂਟ ਇਹੀ ਹੈ ਕਿ ਭਾਈ ਅਸੀਂ ਸਿੱਖੀ ਸਾਡਾ ਫਖਰ ਹੈ ਔਰ ਸਿੱਖੀ ਦਸਤਾਰ ਸਿੱਖੀ ਦਾ ਮਾਣ ਹੈ ਔਰ ਇਸ ਦੇ ਨਾਲ ਤੁਸੀਂ ਦੂਸਰਿਆਂ ਨੂੰ ਦੱਸਦੇ ਹੋ। ਔਰ ਇਹਦੇ ਤੇ ਅੱਜ ਬੜਾ ਅੱਛਾ ਆਰਟੀਕਲ ਰੁਪਿੰਦਰ ਸਿੰਘ ਇਹ ਟ੍ਰਿਬਿਊਨ ਦੇ ਰੈਗੂਲਰ ਕੰਟਰੀਬਿਊਟਰ ਨੇ, ਕਾਲਮਨਿਸਟ ਨੇ, ਔਰ ਉਹਨਾਂ ਦਾ ਓਪੀਨੀਅਨ ਪੇਜ ਦੇ ਉੱਤੇ ਇੱਕ ਕਾਲਮ ਮਿਊਜ਼ਿੰਗਸ ਹੁੰਦਾ ਹੈ। ਸੋ ਮਿਊਜ਼ਿੰਗਸ ਦੇ ਥੱਲੇ ਉਹਨਾਂ ਨੇ ਟਾਈਮ ਸਕੁਏਅਰ ਦੀ ਇਸ ਇਵੈਂਟ ਨੂੰ ਜੋੜ ਕੇ ਆਪਣਾ ਐਕਸਪੀਰੀਅੰਸ ਦਿੱਤਾ ਹੈ ਕਿ ਮੈਂ 1980s 'ਚ ਆਇਆ ਔਰ ਮੈਂ ਵੀ ਸ਼ਿਕਾਰ ਹੋਇਆ ਅਬਿਊਜ਼ ਦਾ। ਔਰ ਇਸ ਸਾਰੇ ਤੌਰ ਉਹਨਾਂ ਨੇ ਕਿਹਾ ਵੀ ਅੱਜ ਜਿਹੜਾ ਟਾਈਮ ਸਕੁਏਅਰ ਹੈ ਉਹ ਪੱਗਾਂ ਦੇ ਨਾਲ ਦੈਟ ਇਜ਼ ਟੀਮਿੰਗ ਵਿਦ ਦੈਟ। ਔਰ ਉਹਨਾਂ ਨੇ ਫਿਰ ਆਪਣਾ ਕਿਹਾ ਪਿਛਲੇ ਦਿਨਾਂ 'ਚ ਕਿਤੇ ਆਏ ਹੋਣਗੇ ਕਿ ਵੀ ਮੈਂ ਆਪਣੇ ਭਰਾ ਦੇ ਨਾਲ ਡਰਾਈਵ ਕਰ ਰਿਹਾ ਸੀ ਔਰ ਸੇਂਟ ਲੂਇਸ ਕਿੱਥੇ ਜਾਣਾ ਸੀ ਤੇ ਗੈਸ ਸਟੇਸ਼ਨ ਤੇ ਅਸੀਂ ਗੱਡੀ ਬਾਹਰ ਕੱਢੀ ਔਰ ਜਦੋਂ ਹੀ ਮੈਂ ਤੇ ਮੇਰਾ ਭਰਾ ਉਤਰੇ ਤੇ ਇੱਕ ਗੋਰਾ ਜਿਹਨੇ ਵਾਕ ਕੀਤਾ ਉਹਨੇ ਕਿਹਾ, ਹੈਲੋ ਮਿਸਟਰ ਸਿੰਘ, ਹਾਊ ਆਰ ਯੂ, ਮਾਈ ਡਾਕਟਰ ਇਜ਼ ਆਲਸੋ ਏ ਸਿੰਘ। ਸੋ ਉਹਨਾਂ ਨੇ ਕਿਹਾ ਵੀ ਅੱਜ ਇਹ ਜਿਹੜਾ ਮਾਹੌਲ ਹੈ ਉਹ ਪਹਿਲਾਂ ਨਹੀਂ ਸੀ। ਹੁਣ ਇਹ ਹੈ ਵੀ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਉਸ ਚੈਲੰਜ ਦੇ ਪੀਰੀਅਡ 'ਚ ਵੀ ਜਿਹੜਾ 70s 80s ਦੇ ਵਿੱਚ ਸੀ, ਕਿਉਂਕਿ 9/11 ਤਾਂ ਦਾ ਚੈਲੰਜ ਤਾਂ ਹੁਣ ਆਇਆ, ਉਦੋਂ ਵੀ ਸੀ ਕਿਉਂਕਿ 79 'ਚ ਜਦੋਂ ਜਿਹੜਾ ਈਰਾਨ ਕ੍ਰਾਈਸਿਸ ਹੋਇਆ, ਆਇਤੁੱਲਾ ਖਮੀਨੀ ਵਾਪਸ ਗਿਆ ਔਰ ਅਮਰੀਕਨ ਹੌਸਟੇਜ ਬਣ ਗਏ ਹੰਡਰਡਸ ਆਫ them ਔਰ ਈਰਾਨ ਦਾ। ਔਰ ਕਿਉਂਕਿ ਖਮੀਨੀ ਵੀ ਫਲੋਇੰਗ ਬੀਅਰਡ ਔਰ ਕਾਲੀ ਪੱਗ ਗੋਲ ਬੰਨੇ ਹੁੰਦੇ ਸੀ ਉਦੋਂ, ਕਿਉਂਕਿ ਅਮਰੀਕਨਾਂ ਦੀ ਇੱਕ ਪ੍ਰੋਬਲਮ ਹੈ ਜਿਹੜੀ ਯੂਰਪ ਦੇ ਵਿੱਚ ਘੱਟ ਹੈ ਜਾਂ ਸਾਡੇ ਸਿਲੇਬਸ 'ਚ ਵੀ ਸੀ, ਸਾਨੂੰ ਥੋੜਾ ਸਾਰੇ ਕਲਚਰਸ ਬਾਰੇ ਪੜ੍ਹਾਇਆ ਹੁੰਦਾ, ਸਾਨੂੰ ਪਤਾ ਹੁੰਦਾ। ਹਾਲਾਂ ਸਾਡੇ 'ਚੋਂ ਵੀ ਬਹੁਤੇ ਹਰ ਗੋਰਿਆਂ ਨੂੰ ਸਮਝਦੇ ਨੇ ਅੰਗਰੇਜ਼ ਹੀ ਹੈ। ਸੋ ਉਹਨਾਂ 'ਚ ਬਾਕੀ ਕੀ ਫਰਕ ਹੈ, ਨਾਰਦਰਨ ਸਾਊਦਰਨ ਦੂਜੇ ਤੀਜੇ ਜਾਂ ਉਹਨਾਂ ਦੇ ਉਹਦੇ ਬਾਰੇ ਸਾਨੂੰ ਵੀ ਨਹੀਂ ਪਤਾ ਹੁੰਦਾ। ਸੋ ਇਸੇ ਤਰ੍ਹਾਂ ਅਮਰੀਕਾ 'ਚ ਕਿਉਂਕਿ ਇਹਨਾਂ ਦਾ ਤਾਂ ਸਿਲੇਬਸ ਦਾ ਹਿੱਸਾ ਹੀ ਨਹੀਂ ਬਾਕੀਆਂ ਬਾਰੇ, ਹਾਇਰ ਐਜੂਕੇਸ਼ਨ 'ਚ ਹੁੰਦਾ ਹੈ ਜਿਹੜੇ ਯੂਨੀਵਰਸਿਟੀਆਂ 'ਚ ਜਾਂਦੇ ਨੇ ਜਾਂ ਦੂਸਰਾ ਹੁੰਦਾ। ਸੋ ਕੁੱਲ ਮਿਲਾ ਕੇ ਉਹਨਾਂ ਦੇ ਲਈ ਜਿਹੜਾ ਹਰ ਉਹ ਪੱਗ ਨੂੰ ਜਿਹੜਾ ਉਹ ਮਿਡਲ ਈਸਟ ਨਾਲ ਉਹਨਾਂ ਨੂੰ ਜੋੜਦੇ ਨੇ ਔਰ ਉਹਨਾਂ ਨੂੰ ਊਂਠ ਵੀ ਚੇਤੇ ਆ ਜਾਂਦਾ ਵੀ ਐਲੀਫੈਂਟ, ਖਜੂਰਾਂ ਵੀ ਯਾਦ ਆ ਜਾਂਦੀਆਂ। ਸੋ ਇਸ ਕਿਸਮ ਦਾ ਉਦੋਂ ਵੀ ਸੀ, ਲੇਕਿਨ ਜਿਨ੍ਹਾਂ ਨੇ ਆਪਣੇ ਉਸ ਪਾਰਟ ਨੂੰ ਕਾਇਮ ਰੱਖਿਆ ਔਰ ਹੁਣ ਵੀ ਕਿਉਂਕਿ 9/11 ਤੋਂ ਬਾਅਦ ਕੁਦਰਤੀ ਉਸਾਮਾ ਬਿਨ ਲਾਡਨ ਦੇ ਨਾਲ ਉਹ ਸਾਰਾ ਪਾਰਟ ਜੁੜਿਆ ਸੀ ਤੇ ਉਹਦੀ ਵੀ ਸ਼ਕਲੋ ਸੂਰਤ ਇਸ ਕਿਸਮ ਦੀ ਹੋਣ ਕਰਕੇ ਸੋ ਹੁਣ ਇਹ ਇੱਕ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਵੀ ਜਿਹਦੇ 'ਚ ਹਰ ਕੋਈ ਸਿੱਖ, ਮੈਂ ਕਈ ਵਾਰੀ ਅੱਗੇ ਵੀ ਇਹ ਕਮੈਂਟ ਸ਼ਾਇਦ ਕੀਤਾ ਸੀ ਕਿ ਬਹੁਤ ਵਾਰ ਸਾਨੂੰ ਲੱਗਦਾ ਹੈ ਵੀ ਸਾਡੀ ਸੈਂਟਰਲ ਆਰਗੇਨਾਈਜੇਸ਼ਨ, ਜੇ ਸਾਡੇ ਕੋਲ ਆਪਣਾ ਮੁਲਕ ਹੁੰਦਾ ਹੈ ਜਾਂ ਮੁਲਕ ਹੋਏ ਤੇ ਫਿਰ ਤੁਹਾਨੂੰ ਬਹੁਤ ਕੁਝ ਇਵੇਂ ਕਰਕੇ ਦੱਸਣ ਦੀ ਲੋੜ ਨਹੀਂ ਹੈ ਵੀ ਅਸੀਂ ਕੀ ਹੈ। ਜੇ ਕੱਲ ਨੂੰ ਪ੍ਰੈਜ਼ੀਡੈਂਟ ਆਫ ਖਾਲਿਸਤਾਨ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਮਿਲ ਰਿਹਾ ਜਾਂ ਫਿਊਚਰ ਦੇ ਨੂੰ ਮਿਲ ਰਿਹਾ, ਸਾਰੇ ਕੈਮਰੇ ਉੱਥੇ ਫੋਕਸਡ ਨੇ ਕਿ ਜੀ ਇਹ ਨੇਸ਼ਨ ਆਫ ਦਾ ਸਿੱਖਸ ਉਹਨਾਂ ਦਾ ਪ੍ਰੈਜ਼ੀਡੈਂਟ ਆਇਆ, ਤੇ ਜ਼ਾਹਰ ਹੈ ਕਿ ਵੀ ਮੈਜੋਰਿਟੀ ਅਮਰੀਕਨਾਂ ਨੂੰ ਪਤਾ ਲੱਗ ਜਾਏਗਾ ਕਿ ਵੀ ਇਹਨਾਂ ਦਾ ਇੱਕ ਆਪਣਾ ਮੁਲਕ ਹੈ, ਇਹਨਾਂ ਦਾ ਇੱਕ ਆਪਣਾ ਧਰਮ ਹੈ, ਪੰਜਵਾਂ ਵੱਡਾ ਧਰਮ ਹੈ। ਕਿਉਂਕਿ ਜਦੋਂ ਫਿਰ ਉਹਨਾਂ ਦੇ ਵਿਜ਼ਿਟ ਕਰ ਰਹੇ ਹੁੰਦੇ ਨਾਲ ਕਾਮੈਂਟਰੀਜ਼ ਹੁੰਦੀਆਂ ਕਿ ਜੀ ਸਿੱਖੀਜ਼ਮ ਕੀ ਹੈ, ਕਿੱਥੇ ਸ਼ੁਰੂ ਹੋਇਆ, ਇਹ ਪੰਜਵਾਂ ਵੱਡਾ ਧਰਮ ਹੈ, ਆ ਇਹਦੇ ਟ੍ਰੇਟ ਨੇ, ਆ ਇਹਨਾਂ ਦੀ ਕੰਟਰੀਬਿਊਸ਼ਨ, ਆ ਇਹਨਾਂ ਦੀ ਹਿਸਟਰੀ ਹੈ ਔਰ 3 ਸੈਂਚਰੀਜ਼ ਦੇ ਵਿੱਚ ਇਹਨਾਂ ਨੇ ਕਿਵੇਂ ਜਿਹੜੀਆਂ ਨੇ ਪੁਲਾਂਘਾਂ ਪੁੱਟੀਆਂ ਨੇ। ਸੋ ਜ਼ਾਹਿਰ ਹੈ ਕਿ ਵੀ ਜਦੋਂ ਤੁਸੀਂ ਬੇਘਰੇ ਹੁੰਦੇ ਹੋ
ਔਰ ਜਿਹੜੀਆਂ ਸਾਡੀਆਂ ਸੈਂਟਰਲ ਬਾਡੀਜ਼ ਨੇ, ਹੁਣ ਜੇ 11-12 ਅਰਬ ਦਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ, ਗਵਰਨਮੈਂਟਾਂ ਦਾ ਤਾਂ ਛੱਡੋ, ਇੰਡੀਅਨ ਗਵਰਨਮੈਂਟ ਜਾਂ ਪੰਜਾਬ, ਉਹ ਤਾਂ ਉੱਥੇ ਸਿੱਖਾਂ ਦੀਆਂ ਪੱਗਾਂ ਲਾਹਣ ਤੇ ਲੱਗੇ ਹੋਏ ਨੇ ਜੀ, ਲੇਕਿਨ ਉਹ ਵੀ ਐਸੀਆਂ ਕੁਰਾਏ ਪਈਆਂ ਹੋਈਆਂ ਨੇ ਵੀ ਉਹਨਾਂ ਦੇ ਲਈ ਵੀ ਉਹ ਬਾਦਲ ਗੇਮ ਲੋਕਲ ਲੈਵਲ ਤੱਕ ਹੀ ਦੌੜ ਹੈ। ਸੋ ਇਸ ਸਾਰੇ ਚੈਲੰਜ ਮੈਂ ਸਮਝਦਾ ਹਾਂ ਵੀ ਕੱਲਾ ਕੱਲਾ ਸਿੱਖ ਜਿੱਥੇ ਬੈਠਾ ਜੀ, ਉਹਨੇ ਮਹਿਸੂਸ ਕੀਤਾ ਵੀ ਮੇਰਾ ਕੁਝ ਕਰਨਾ ਬਣਦਾ। ਸੋ ਜਿਹੜਾ ਜਿੱਥੇ ਬੈਠਾ ਹੈ ਉਹ ਕੁਛ ਨਾ ਕੁਛ ਕਰ ਰਿਹਾ ਹੈ ਔਰ ਅਲਟੀਮੇਟਲੀ ਜਿਹੜੇ ਇੰਡੀਪੈਂਡੈਂਟਲੀ ਜਿੱਥੇ ਜਿੱਥੇ ਕੰਮ ਹੋ ਰਹੇ ਨੇ ਉਹਨਾਂ ਨੂੰ ਇੱਕ ਲੜੀ 'ਚ ਪਰੋਣਾ ਕੋਈ ਔਖਾ ਕੰਮ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਰਿਮਾਰਕੇਬਲ ਜਿਹੜਾ ਕੰਮ ਕੀਤਾ ਹੈ ਆਰਗੇਨਾਈਜ਼ਰਸ ਨੇ ਔਰ ਉਹਨਾਂ ਨੇ ਆਪਣਾ ਟਾਰਗੇਟ ਵੀ ਹਾਸਲ ਕੀਤਾ ਹੈ। ਗਿਨੀ ਬੁੱਕ ਆਫ ਰੈਕੋਰਡਸ ਪਤਾ ਨਹੀਂ ਨਾ ਆਇਆ ਕਿ ਨਹੀਂ, ਦੈਟ ਵਾਸ ਵਨ ਥਿੰਗ ਜਿਹੜਾ ਉਹ ਰਿਕਾਰਡ ਬਣਾਉਣਾ ਚਾਹੁੰਦੇ ਸੀ, ਨਾ ਆਇਆ ਤਾਂ ਅਗਲੇ ਸਾਲ ਆ ਜਾਏਗਾ। ਪਰ ਇਸ ਨੂੰ ਕਾਫੀ ਪੋਜ਼ਿਟਿਵ ਮੀਡੀਆ ਕਵਰੇਜ ਮਿਲੀ ਹੈ ਔਰ ਸਾਡੀ ਟੀਮ ਨੇ ਉਹਨੂੰ ਪੂਰਾ ਚੰਗੇ ਢੰਗ ਨਾਲ ਰਿਕਾਰਡ ਕੀਤਾ ਹੈ। ਆਉਣ ਵਾਲੇ ਪੀਰੀਅਡ 'ਚ ਅਸੀਂ ਐਡਿਟ ਕਰਕੇ ਕਿ ਕਿੰਨੇ ਦਾ ਉਹ ਬਣਦਾ ਹੈ ਫਿਰ ਦਰਸ਼ਕਾਂ ਦੇ ਰੂਬਰੂ ਵੀ ਲਿਆਵਾਂਗੇ। ਜੀ ਰਾਜ ਸਾਹਿਬ, ਮੇਰਾ ਖਿਆਲ ਹੈ ਵੀ ਹੁਣ ਤੁਸੀਂ ਬ੍ਰੇਕ ਲੈ ਲਈ ਆਪਾਂ ਤੇ ਫਿਰ ਬਾਅਦ ਚ ਆਪਾਂ ਇਸ਼ੂ ਡਿਸਕਸ ਕਰਦੇ ਹਾਂ। ਇਹ ਸੈਗਮੈਂਟ ਅਸੀਂ ਟਰਬਨ ਡੇ ਦੇ ਨਾਂ ਤੇ ਕਰਾਂਗੇ। ਜੀ ਰਾਜ ਕੀਤਾ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਮੰਥਲੀ ਵੀ ਡੋਨੇਟ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਭੇਜ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।